एवरीवन माईसैल्फ नवकिरण कौर एज एन आईलैट्स ट्रेनर। अज आप तुहाडे लई सैकेंड वीडियो लैके हाज़र होए हाँ आईलैट्स नाल रिलेटेड। अज दी वीडियो दे विच आपां राइटिंग टास्क दे बारे गल करांगे। अकॉर्डिंग टू माई व्यू राइटिंग टास्क को स्कोर लेना एज़ कंपेयर टू दी अदर मॉड्यूल्स थोड़ा डिफिकल्ट हुंदा, बट आप इस ईजी वे दे विच इदां डिस्कस करांगे भी तुहानूं स्कोर लेना होर भी ईजी हो जाए। इस मॉड्यूल उपर मैं कंटिन्यूटी दे विच लाइक 10 to 15 वीडियोज़ बनावांगी। So, before starting the content, share and subscribe this channel to the maximum ਤਾਂ ਜੋ मैक्सिमम स्टूडेंट्स ਇਹਦਾ बेनिफिट ਲੈ ਸਕਣ। राइटिंग मॉड्यूल चाहे वो जरनल आईलैट्स का एग्जाम आ चाहे वो अकैडमिक आईलैट्स का एग्जाम आ, ਉਹਦੇ ਵਿੱਚ ਸਾਨੂੰ ਐਸੇ ਆਉਂਦਾ ਹੀ ਆਉਂਦਾ। ਜਰਨਲ ਦੇ ਵਿੱਚ ਐਸੇ ਦੇ ਨਾਲ ਲੈਟਰ ਆਉਂਦੀ ਆ, बट अकैडमिक ਦੇ ਵਿੱਚ ਵੀ ਐਸੇ ਆਉਂਦਾ ਹੀ ਆਉਂਦਾ। ਸੋ ਐਸੇ ਦੇ ਟੋਟਲ ਜਿਹੜੇ ਬੈਂਡ ਸਕੋਰਸ ਹੁੰਦੇ ਨੇ ਦੀਜ਼ ਆਰ 6 ਬੈਂਡ ਸਕੋਰਸ ਹੁੰਦੇ ਨੇ। ਆਪਾਂ ਅੱਜ ਐਸੇ ਨੂੰ ਲਿਖਣਾ ਕਿੱਦਾਂ, ਉਹਦੀਆਂ ਟਾਈਪਸ ਕਿਹੜੀਆਂ, ਉਹ ਸਾਰੀਆਂ ਚੀਜ਼ਾਂ ਡਿਟੇਲ ਦੇ ਵਿੱਚ ਇਸ ਵੀਡੀਓ 'ਚ ਡਿਸਕਸ ਕਰਾਂਗੇ। ਸੋ ਸਟਾਰਟ ਵਿਦ ਐਗਜ਼ਾਮ ਦੇ ਵਿੱਚ ਸਾਨੂੰ ਐਸੇ ਦੀ ਸਟੇਟਮੈਂਟ ਆਉਂਦੀ ਆ, ਤਾਂ ਬਹੁਤ ਸਾਰੇ ਟਾਈਪ ਦੇ ਐਸੇਜ਼ ਹੁੰਦੇ ਆ ਜੋ ਸਾਨੂੰ ਐਗਜ਼ਾਮ ਦੇ ਵਿੱਚ ਡਿਸਕਸ ਕਰਨ ਲਈ ਕਹੇ ਜਾਂਦੇ ਨੇ। ਲਾਈਕ ਪੋਜ਼ੀਟਿਵ ਨੈਗੇਟਿਵ ਡਿਵੈਲਪਮੈਂਟ 'ਤੇ ਐਸੇ ਹੋ ਸਕਦਾ, ਐਡਵਾਂਟੇਜਿਸ ਡਿਸਐਡਵਾਂਟੇਜਿਸ ਦੇ ਉੱਪਰ ਐਸੇ ਹੋ ਸਕਦਾ, ਐਡਵਾਂਟੇਜਿਸ ਓਵਰਵੇ ਡਿਸਐਡਵਾਂਟੇਜਿਸ ਦੇ ਉੱਪਰ ਐਸੇ ਹੋ ਸਕਦਾ, ਸਾਨੂੰ ਡਾਇਰੈਕਟ ਕੁਐਸਚਨ ਪੁੱਛਿਆ ਜਾ ਸਕਦਾ, ਪ੍ਰੋਬਲਮ ਸੋਲਿਊਸ਼ਨ ਹੋ ਸਕਦਾ, ਅਗਰੀ ਡਿਸਐਗਰੀ ਹੋ ਸਕਦਾ, ਜਾਂ ਬੋਥ ਵਿਊਜ਼ ਹੋ ਸਕਦਾ। ਮੈਂ ਗਰੰਟੀ ਨਾਲ ਕਹਿੰਦੀ ਹਾਂ ਇਹ 7 ਹੀ ਟਾਈਪਸ ਨੇ ਜਿਨ੍ਹਾਂ ਦੇ ਵਿੱਚੋਂ ਐਗਜ਼ਾਮ ਦੇ ਵਿੱਚ ਇੱਕ ਟਾਈਪ ਦੇ ਐਸੇ ਸਾਨੂੰ ਲਿਖਣ ਦੇ ਲਈ ਆਉਂਦਾ। ਸੋ ਇਹ ਸਾਰੀਆਂ ਟਾਈਪਸ ਦੀ ਬਜਾਏ ਅਸੀਂ ਰਿਕਾਲਿੰਗ ਕਰੀਏ, ਅਸੀਂ ਇੱਕ ਟਾਈਪ ਨੂੰ ਹੀ ਬੜਾ ਵਧੀਆ ਲਿਖਣਾ ਸਿੱਖ ਲਈਏ। ਆਲਮੋਸਟ ਮਾਈਨਰ ਡਿਫਰੈਂਸਿਸ ਦੇ ਨਾਲ ਸਾਰੀਆਂ ਟਾਈਪਸ ਸੇਮ ਹੀ ਨੇ, ਉਹਨਾਂ ਦਾ ਰਾਈਟਿੰਗ ਪੈਟਰਨ। ਸੋ ਨੈਕਸਟ ਇਜ਼ ਹਾਊ ਟੂ ਰਾਈਟ ਐਸੇ। ਅਸੀਂ ਐਸੇ ਨੂੰ ਕਿੱਦਾਂ ਲਿਖਣਾ। ਲਾਈਕ ਅਸੀਂ ਸਭ ਤੋਂ ਪਹਿਲਾਂ ਐਸੇ ਨੂੰ ਲਿਖਣ ਦੇ ਲਈ ਸਾਨੂੰ ਸਟੇਟਮੈਂਟ ਗਿਵਨ ਹੋਊਗੀ ਐਗਜ਼ਾਮ ਦੇ ਵਿੱਚ। ਫਸਟ ਆਫ ਆਲ ਅਸੀਂ ਸਟੇਟਮੈਂਟ ਨੂੰ ਰੀਡ ਕਰਾਂਗੇ, ਬੜੀ ਕੇਅਰਫੁਲੀ ਸਟੇਟਮੈਂਟ ਨੂੰ ਰੀਡ ਕਰਾਂਗੇ ਵੀ ਸਾਨੂੰ ਕਹਿਣਾ ਕੀ ਚਾਹੁੰਦਾ, ਅਸੀਂ ਉਹਦਾ ਕਿੱਦਾਂ ਆਨਸਰ ਦੇਣਾ। ਸਭ ਤੋਂ ਪਹਿਲਾਂ ਜਦੋਂ ਅਸੀਂ ਐਸੇ ਨੂੰ ਲਿਖਣਾ ਸਟਾਰਟ ਕਰਨਾ, ਉਹਦੇ ਲਈ ਅਸੀਂ ਇੰਟਰੋਡਕਸ਼ਨ ਲਿਖਾਂਗੇ। ਇੰਟਰੋਡਕਸ਼ਨ ਤੋਂ ਨੈਕਸਟ ਅਸੀਂ 2 ਪੈਰਾਗ੍ਰਾਫਸ ਬਣਾਉਣੇ ਨੇ। ਫਸਟ ਇਜ਼ ਬੋਡੀ ਪੈਰਾਗ੍ਰਾਫ 1 ਐਂਡ ਸੈਕਿੰਡ ਇਜ਼ ਬੋਡੀ ਪੈਰਾਗ੍ਰਾਫ 2 ਐਂਡ ਲਾਸਟ ਦੇ ਵਿੱਚ ਅਸੀਂ ਕਨਕਲੂਡ ਕਰਨਾ ਬੋਡੀ ਪੈਰਾਗ੍ਰਾਫ 1 ਪਲੱਸ ਬੋਡੀ ਪੈਰਾਗ੍ਰਾਫ 2 ਦਾ ਜੋ ਨਟਸ਼ੈਲ ਹੋਊਗਾ ਉਹਨੂੰ ਅਸੀਂ ਕਨਕਲੂਜਨ ਦੀ ਫੋਰਮ 'ਚ ਲਿਖਣਾ। ਨੈਕਸਟ ਹੈਗਾ ਇੰਟਰੋਡਕਸ਼ਨ। ਇੰਟਰੋਡਕਸ਼ਨ ਦੇ ਵਿੱਚ ਸਾਨੂੰ ਜਿਹੜੀ ਮਰਜ਼ੀ ਟਾਈਪ ਆ ਜਾਵੇ, ਚਾਹੇ ਵੈਦਰ ਇਟ ਮੇ ਵੀ ਪੋਜ਼ੀਟਿਵ ਨੈਗੇਟਿਵ, ਐਡਵਾਂਟੇਜਿਸ ਡਿਸਐਡਵਾਂਟੇਜਿਸ, ਚਾਹੇ ਉਹ ਐਗਰੀ ਡਿਸਐਗਰੀ ਦੀ ਆਉਂਦੀ, ਚਾਹੇ ਉਹ ਬੋਥ ਵਿਊ ਦੀ ਆਉਂਦੀ ਆ। ਸਭ ਤੋਂ ਪਹਿਲਾਂ ਜਦੋਂ ਅਸੀਂ ਇੰਟਰੋਡਕਸ਼ਨ ਨੂੰ ਸਟਾਰਟ ਕਰਾਂਗੇ, ਉਹਦੇ ਵਿੱਚ ਅਸੀਂ 2 ਗੱਲਾਂ ਦਾ ਧਿਆਨ ਰੱਖਣਾ। ਫਸਟ ਅਸੀਂ ਰੀਫਰੇਜ਼ ਕਰਨਾ, ਸੈਕਿੰਡ ਅਸੀਂ ਥੀਸਿਸ ਲਾਈਨ ਲਿਖਣੀ ਆ। ਜਿਹੜਾ ਮਰਜ਼ੀ ਐਸੇ ਆ ਜਾਵੇ, ਅਸੀਂ ਪਹਿਲਾਂ ਰੀਫਰੇਜ਼ ਐਂਡ ਥੀਸਿਸ ਲਾਈਨ ਲਿਖਣੀ ਹੀ ਲਿਖਣੀ ਆ। ਰੀਫਰੇਜ਼ ਐਂਡ ਥੀਸਿਸ ਦੇ ਬੋਥ ਕੰਬਾਈਨ ਟੂ ਫੋਰਮ ਦੀ ਇੰਟਰੋਡਕਸ਼ਨ। ਉਹ ਦੋਨੇ ਮਿਲ ਕੇ ਇੰਟਰੋਡਕਸ਼ਨ ਨੂੰ ਬਣਾਉਂਦੇ ਨੇ। ਸੈਕਿੰਡ ਸਾਡੇ ਕੋਲ ਆਉਂਦਾ ਬੋਡੀ ਪੈਰਾਗ੍ਰਾਫ 1 ਜਾਂ ਬੋਡੀ ਪੈਰਾਗ੍ਰਾਫ 2। ਜਦੋਂ ਅਸੀਂ ਕੋਈ ਵੀ ਬੋਡੀ ਪੈਰਾਗ੍ਰਾਫ ਨੂੰ ਐਕਸਪਲੇਨ ਕਰਨਾ, ਸਭ ਤੋਂ ਪਹਿਲਾਂ ਅਸੀਂ ਉਹਦੇ 'ਚ ਜੋ ਸਟੇਟਮੈਂਟਾਂ ਨੂੰ ਐਕਸਪਲੇਨ ਕਰਾਂਗੇ ਜੋ ਸਾਨੂੰ ਦਿੱਤਾ ਹੋਇਆ ਆਪਣੇ ਵਿਊਜ਼ ਦੇ ਅਕੋਰਡਿੰਗ। ਫਿਰ ਅਸੀਂ ਕੋਈ ਨਾ ਕੋਈ ਐਗਜ਼ਾਮਪਲ ਲੈ ਕੇ ਉਹਨੂੰ ਡਿਸਕਰਾਈਬ ਕਰਾਂਗੇ ਐਂਡ ਲਾਸਟ 'ਚ ਅਸੀਂ ਉਹਦਾ ਇਫੈਕਟ ਦੱਸਾਂਗੇ। ਸੇਮ ਇਜ਼ ਦੀ ਕੇਸ ਵਿਦ ਦੀ ਬੋਡੀ ਪੈਰਾਗ੍ਰਾਫ 2। ਉਹਦੇ ਵਿੱਚ ਅਸੀਂ ਜੋ ਸਾਨੂੰ ਸਟੇਟਮੈਂਟ ਸੈਕਿੰਡ ਗਿਵਨ ਆ, ਪਹਿਲਾਂ ਉਹਨੂੰ ਐਕਸਪਲੇਨ ਕਰਾਂਗੇ, ਦੈਨ ਅਸੀਂ ਕੋਈ ਐਗਜ਼ਾਮਪਲ ਕੋਟ ਕਰਕੇ ਉਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਪਹਿਲਾਂ ਕੀ ਸੀ, ਹੁਣ ਡਾਟਾ ਕੀ ਕਹਿ ਰਿਹਾ, ਐਂਡ ਲਾਸਟ 'ਚ ਅਸੀਂ ਉਹਦਾ ਇਫੈਕਟ ਦੱਸਾਂਗੇ। ਐਂਡ 'ਚ ਆਉਂਦਾ ਸਾਡੇ ਕੋਲ ਕਨਕਲੂਜਨ। ਬੋਡੀ ਪੈਰਾਗ੍ਰਾਫ 1 ਵਿੱਚ ਜੋ ਲਾਈਨ ਬਾਹਰ ਨਿਕਲੂ ਜਾਂ ਬੋਡੀ ਪੈਰਾਗ੍ਰਾਫ 2 'ਚੋਂ ਉਹਦਾ ਨਟਸ਼ੈਲ ਅਸੀਂ ਕਨਕਲੂਜਨ ਦੀ ਸ਼ੇਪ ਦੇ ਵਿੱਚ ਉਹਨੂੰ ਦੇਵਾਂਗੇ। ਨੈਕਸਟ ਆਪਾਂ ਇਹਨੂੰ ਐਗਜ਼ਾਮਪਲ ਲੈ ਕੇ ਐਕਸਪਲੇਨ ਕਰਦੇ ਹਾਂ। ਸਪੋਜ਼ ਕਰੋ ਸਾਡੇ ਕੋਲ ਐਗਜ਼ਾਮਪਲ ਆ। ਐਗਜ਼ਾਮਪਲ ਨੂੰ ਸਭ ਤੋਂ ਪਹਿਲਾਂ ਤੁਸੀਂ ਜੋ ਤੁਹਾਨੂੰ ਸਟੇਟਮੈਂਟ ਗਿਵਨ ਉਹਨੂੰ ਬੜੇ ਹੀ ਥੋਰੋਲੀ ਪੜ੍ਹਨਾ। ਸਟੇਟਮੈਂਟ ਸਾਡੇ ਕੋਲ ਹੈਗੀ ਆ, ਸਮ ਪੀਪਲ ਥਿੰਕ spending a lot of money on birthday and merry celebration is a wastage of money, full stop।
but others think it is important that to young people and society. And last ਜੋ ਕਹਿ ਰਿਹਾ, discuss both views and give your opinion. ਦੋ ਸਾਡੇ ਕੋਲ ਸਟੇਟਮੈਂਟਸ ਨੇ. ਸਾਡੇ ਕੋਲ ਜੋ ਐਸੇ ਆ ਦੈਟ ਇਜ਼ ਬੋਥ ਵਿਊ ਦੀ ਜਿਹੜੀ ਐਗਜ਼ਾਮਪਲ ਉਹ ਮੈਂ ਐਕਸਪਲੇਨ ਕਰਨ ਲੱਗੀ ਹਾਂ. ਸਭ ਤੋਂ ਪਹਿਲੀ ਲਾਈਨ ਜੋ ਕਹਿ ਰਿਹਾ ਵੀ ਕੁਛ ਲੋਕ ਸੋਚਦੇ ਨੇ ਜੋ ਅਸੀਂ ਬਰਥਡੇ ਜਾਂ ਮੈਰਿਜ ਸੈਲੀਬ੍ਰੇਸ਼ਨ ਦੇ ਉੱਪਰ ਆਪਣਾ ਮਨੀ ਸਪੈਂਡ ਕਰਦੇ ਟੋਟਲੀ ਵੇਸਟੇਜ ਆ. ਬਟ ਸੈਕਿੰਡ ਉਹ ਲਾਈਨ 'ਚ ਕਹਿ ਰਿਹਾ ਬਈ ਇਹ ਇੰਪੋਰਟੈਂਟ ਵੀ ਹੁੰਦਾ ਲੋਕਾਂ ਜਾਂ ਸੁਸਾਇਟੀ ਦੇ ਵਾਸਤੇ, ਇਹ ਵੇਸਟੇਜ ਹੀ ਨਹੀਂ ਹੈਗੀ. ਸਾਨੂੰ ਕੀ ਕਹਿ ਰਿਹਾ ਵੀ ਤੁਸੀਂ ਆਪਣੇ ਵਿਊਜ਼ ਦਿਓ ਜਾਂ ਆਪਣਾ ਓਪੀਨੀਅਨ ਦੱਸੋ, ਤੁਹਾਡਾ ਓਪੀਨੀਅਨ ਕੀ ਆ ਵੀ ਤੁਸੀਂ ਫਸਟ ਸਟੇਟਮੈਂਟ ਨਾਲ ਐਗਰੀ ਕਰਦੇ ਹੋ ਜਾਂ ਸੈਕਿੰਡ ਦੇ ਨਾਲ. ਬਟ ਐਕਸਪਲੇਨ ਆਪਾਂ ਦੋਨੇ ਹੀ ਸਟੇਟਮੈਂਟਸ ਕਰਨੀਆਂ, ਬਟ ਫਿਰ ਆਪਾਂ ਆਪਣਾ ਵਿਊ ਵੀ ਰੱਖਣਾ. ਸਭ ਤੋਂ ਪਹਿਲਾਂ ਨੈਕਸਟ ਅਸੀਂ ਇਹਨੂੰ ਇੰਟਰੋਡਕਸ਼ਨ ਲਿਖਣੀ ਆ. ਮੈਂ ਪਿੱਛੇ ਗੱਲ ਕੀਤੀ ਸੀ ਇੰਟਰੋਡਕਸ਼ਨ ਦੇ ਵਿੱਚ ਅਸੀਂ ਦੋ ਗੱਲਾਂ ਦਾ ਧਿਆਨ ਰੱਖਣਾ. ਫਸਟ ਇਜ਼ ਰੀਫਰੇਜ਼. ਰੀਫਰੇਜ਼ ਦਾ ਮਤਲਬ ਹੁੰਦਾ ਜੋ ਸਾਨੂੰ ਫਸਟ ਲਾਈਨ ਦਿੱਤੀ ਆ ਉਹਨੂੰ ਥੋੜ੍ਹਾ ਘੁਮਾ ਫਿਰਾ ਕੇ ਲਿਖਣਾ. ਜੋ ਸਾਨੂੰ ਉਹਨੇ ਲਾਈਨਸ ਦਿੱਤੀਆਂ ਥੋੜ੍ਹਾ ਜਿਹਾ ਅਦਲਾ ਬਦਲੀ ਕਰਕੇ ਲਿਖਣਾ. ਲਾਈਨ ਸਾਨੂੰ ਦਿੱਤੀ ਸੀ ਵੀ ਸਮ ਪੀਪਲ ਥਿੰਕ ਸਪੈਂਡਿੰਗ ਅ ਲੋਟ ਆਫ ਮਨੀ ਔਨ ਬਰਥਡੇ ਔਰ ਮੈਰਿਜ ਸੈਲੀਬ੍ਰੇਸ਼ਨ ਇਜ਼ ਅ ਵੇਸਟੇਜ ਆਫ ਦੀ ਮਨੀ ਬਟ ਅਦਰ ਥਿੰਕ ਇਟ ਇਜ਼ ਇੰਪੋਰਟੈਂਟ ਟੂ ਦੀ ਸੁਸਾਇਟੀ. ਹੁਣ ਮੈਨੂੰ ਰੀਫਰੇਜ਼ ਕਰਨਾ, ਇਹਨੂੰ ਥੋੜ੍ਹਾ ਤੋੜ ਮਰੋੜ ਕੇ ਮੈਂ ਲਿਖਣਾ. ਮੈਂ ਲਿਖ ਰਹੀ ਹਾਂ ਇਟ ਇਜ਼ ਬਿਲੀਵਡ ਬਾਈ ਫਿਊ ਪੀਪਲ. ਸਮ ਪੀਪਲ ਦੀ ਜਗ੍ਹਾ ਮੈਂ ਕੀਵਰਡ ਯੂਜ਼ ਕੀਤਾ ਫਿਊ ਪੀਪਲ. ਦੈਟ proliferate money on birthday parties and wedding ceremonies is a wastage of money, while others think it assists to make social bondings. ਕੁਛ ਅਦਰ ਸੋਚਦੇ ਨੇ ਵੀ ਇਹ ਸਾਨੂੰ ਸੋਸ਼ਲੀ ਮਜ਼ਬੂਤ ਕਰਦੀ ਆ, ਕੁਛ ਸੋਚਦੇ ਨੇ ਇਹ ਵੇਸਟੇਜ ਆਫ ਮਨੀ ਆ. ਜਸਟ ਮੀਨਿੰਗ ਸੇਮ ਨਿਕਲ ਰਿਹਾ. ਰੀਫਰੇਜ਼ ਦਾ ਮਤਲਬ ਜਸਟ ਉਹਨਾਂ ਨੂੰ ਚੇਂਜ ਕੀਤਾ. ਇਹਦੇ ਵਿੱਚ ਕੁਛ ਜਿਹੜੇ ਆਪਾਂ ਹਾਈ ਵੋਕੈਬਲਰੀ ਵਰਡਸ ਯੂਜ਼ ਕੀਤੇ ਨੇ, ਲਾਈਕ ਵੇਸਟੇਜ ਦੀ ਜਗ੍ਹਾ ਆਪਾਂ ਵਰਡ ਯੂਜ਼ ਕੀਤਾ ਪ੍ਰੋਫਿਲੀਗੇਟ. ਇਹਦਾ ਮਤਲਬ ਹੁੰਦਾ ਸਕੁਐਂਡਰਿੰਗ ਔਰ ਵੇਸਟਿੰਗ. ਸੋ ਦਿਸ ਇਜ਼ ਰੀਫਰੇਜ਼ਿੰਗ. ਠੀਕ ਆ, ਇਹਨੂੰ ਇੱਦਾਂ ਨਹੀਂ ਵੀ ਤੁਸੀਂ ਮੇਰੀ ਵਰਡਿੰਗ 'ਚ ਹੀ ਲਿਖਣਾ, ਤੁਹਾਨੂੰ ਜਿੱਦਾਂ ਸਹੀ ਲੱਗਦਾ ਤੁਸੀਂ ਆਪਣੀ ਸਿੰਪਲ ਕੰਪਲੈਕਸ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਆਪਣੀ ਵਰਡਿੰਗ ਦੇ ਵਿੱਚ ਇਹਨੂੰ ਚੇਂਜ ਕਰਨਾ. ਲਾਈਨ ਨੂੰ, ਲਾਈਨ ਦਾ ਮੀਨਿੰਗ ਚੇਂਜ ਨਹੀਂ ਹੋਣਾ ਚਾਹੀਦਾ, ਜਸਟ ਵਰਡਸ ਦੀ ਹੇਰ-ਫੇਰ ਕਰਨੀ ਆ, ਥੋੜ੍ਹਾ ਕੰਪਲੈਕਸ ਕਰਕੇ ਉਹਨੂੰ ਲਿਖਣਾ ਵੀ ਤਾਂ ਜੋ ਸਾਡਾ ਬੈਂਡ ਸਕੋਰ ਵਧੀਆ ਆਵੇ. ਸੈਕਿੰਡ ਅਸੀਂ ਥੀਸਿਸ ਲਾਈਨ ਲਿਖਣੀ ਆ. ਉਹ ਕਹਿ ਰਿਹਾ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਪੀਨੀਅਨ. ਉਹ ਕਹਿੰਦਾ ਦੋਨੇ ਵਿਊਜ਼ ਨੂੰ ਡਿਸਕਸ ਕਰੋ ਜੋ ਦਿੱਤੇ ਗਏ ਨੇ, ਵੇਸਟੇਜ ਨੂੰ ਵੀ ਕਰੋ ਅਤੇ ਜਿਹੜਾ ਸੈਕਿੰਡ ਉਹਨੇ ਕਿਹਾ ਇੰਪੋਰਟੈਂਸ ਆ ਉਹਨੂੰ ਵੀ ਕਰੋ, ਬਟ ਆਪਣਾ ਓਪੀਨੀਅਨ ਵੀ ਦਿਓ. ਮੈਂ ਥੀਸਿਸ ਲਾਈਨ ਲਿਖ ਰਹੀ ਹਾਂ ਦਿਸ ਐਸੇ ਵਿਲ ਡਿਸਕਸ ਬੋਥ ਵਿਊਜ਼. ਇਹ ਦੋਨੇ ਹੀ ਵਿਊਜ਼ ਨੂੰ ਡਿਸਕਸ ਕਰੂਗਾ. ਐਜ਼ ਫਾਰ ਐਜ਼ ਆਈ ਐਮ ਕੰਸਰਨਡ ਆਈ ਐਮ ਇਨ ਫੇਵਰ ਆਫ ਦਾ ਲੇਟਰ ਨੋਸ਼ਨ. ਇਹ ਐਸੇ ਦੋਨੇ ਵਿਊਜ਼ ਨੂੰ ਡਿਸਕਸ ਕਰੂਗਾ ਜਿੱਥੋਂ ਤੱਕ ਮੈਂ ਕੰਸਰਨ ਰੱਖਦੀ ਹਾਂ. ਮੈਂ ਕਿਹਦੇ ਫੇਵਰ 'ਚ? ਲੇਟਰ ਨੋਸ਼ਨ ਦੀ. ਲੇਟਰ ਨੋਸ਼ਨ ਦਾ ਇੱਕ ਹੁੰਦੀ ਹੈ ਫਾਰਮਰ, ਇੱਕ ਹੁੰਦੀ ਆ ਲੇਟਰ, ਬਟ ਮੈਂ ਜਿਹੜੀ ਹੈ ਲੇਟਰ ਨੋਸ਼ਨ ਦੇ ਫੇਵਰ 'ਚ. ਸੋ ਦਿਸ ਇਜ਼ ਇੰਟਰੋਡਕਟਰੀ ਪਾਰਟ. ਐਂਡ ਸੈਕਿੰਡ ਆਪਾਂ ਸਟਾਰਟ ਕਰਦੇ ਹਾਂ ਦੈਟ ਇਜ਼ ਬੋਡੀ ਪੈਰਾਗ੍ਰਾਫ 1. ਐਸੇ ਨੂੰ ਜਾਂ ਅਸੀਂ ਲੈਟਰ ਨੂੰ ਜਦ ਵੀ ਲਿਖਣਾ ਸੀ ਬੜਾ ਧਿਆਨ ਰੱਖਣਾ ਵੀ ਸਾਨੂੰ ਬਹੁਤ ਸਾਰੇ ਕਨੈਕਟਰਸ ਲਗਾਉਣੇ ਪੈਣਗੇ. ਵਿਦਾਊਟ ਕਨੈਕਟਰਸ ਜਿਹੜੇ ਸਾਡੇ ਬੈਂਡ ਸਕੋਰ ਡਿਡਕਟ ਹੋਣਗੇ. ਸੋ ਕਨੈਕਟਰ ਅਸੀਂ ਬੋਡੀ ਪੈਰਾਗ੍ਰਾਫ ਜਦੋਂ 1 ਸਟਾਰਟ ਕਰਨਾ ਤੁਸੀਂ ਕਨੈਕਟਰ ਦੇ ਨਾਲ ਸਟਾਰਟ ਕਰਨਾ. ਮੈਂ ਕਨੈਕਟਰ ਲਗਾ ਰਹੀ ਹਾਂ ਟੂ ਕਮੈਂਸ ਵਿਦ ਫਾਰਮਰ ਨੋਸ਼ਨ. ਜਿਹੜੀ ਪਹਿਲੀ ਨੋਸ਼ਨ ਆ ਮੈਂ ਸਟਾਰਟ ਕਰਨ ਲੱਗੀ ਹਾਂ ਟੂ ਕਮੈਂਸ ਵਿਦ. ਕਮੈਂਸ ਦਾ ਮਤਲਬ ਹੁੰਦਾ ਸਟਾਰਟ. ਟੂ ਸਟਾਰਟ ਵਿਦ ਫਾਰਮਰ ਨੋਸ਼ਨ by spending a chunk amount of money on various occasions, people put extra pressure on their pockets. ਮਤਲਬ ਉਹਨੇ ਜਿਹੜੀ ਫਾਰਮਰ ਨੋਸ਼ਨ ਆ ਪਹਿਲੀ ਸਟੇਟਮੈਂਟ ਲਿੱਤੀ ਸੀ ਉਹਦੇ ਅਕੋਰਡਿੰਗ ਉਹਨੇ ਕਿਹਾ ਸੀ ਵੀ ਜਿਹੜੀ ਮਨੀ ਨੂੰ ਸਪੈਂਡ ਕਰਨਾ ਵੇਸਟੇਜ ਆ. ਤਾਂ ਮੈਂ ਆਪਣੇ ਐਸੇ ਲਿਖਣ ਲੱਗੀ ਸਟਾਰਟ ਕਰਦੀ ਹਾਂ ਵੀ ਟੂ ਕਮੈਂਸ ਵਿਦ ਬਾਈ ਸਪੈਂਡਿੰਗ ਅ ਚੰਕ ਅਮਾਊਂਟ ਆਫ ਮਨੀ ਦੈਟ ਪੁੱਟ ਐਕਸਟਰਾ ਪ੍ਰੈਸ਼ਰ ਔਨ ਦਾ ਪੋਕਿਟਸ. ਸੈਕਿੰਡਲੀ ਮੈਂ ਕੀ ਕਿਹਾ ਸੀ ਉਹਨੂੰ ਐਕਸਪਲੇਨ ਕਰਨਾ ਹੈ ਨਾ. ਐਕਸਪਲੇਨ ਕਰਨ ਦੇ ਲਈ ਮੈਂ ਕਨੈਕਟਰ ਯੂਜ਼ ਕੀਤਾ ਟੂ ਐਕਸਪਲੇਨ ਇਟ. ਇਹ 'ਚ ਅਸੀਂ ਟੂ ਐਕਸਪਲੇਨ ਇਟ ਹੀ ਨਹੀਂ ਅਸੀਂ ਟੂ ਐਕਸਪਲੀਕੇਟ ਇਟ ਵੀ ਲਾ ਸਕਦੇ ਹਾਂ. ਵੈਨ ਪੀਪਲ ਵਨ ਸਪੈਂਡ ਮਨੀ ਔਨ ਸੈਲੀਬ੍ਰੇਸ਼ਨ ਦੇ ਫੇਸਡ ਮਨੀ ਅਬਸਟੈਕਲਸ ਟੂ ਮੈਨੇਜ. ਜਦੋਂ ਲੋਕ
ਮਨੀ ਸੈਲੀਬ੍ਰੇਸ਼ਨਸ ਦੇ ਉੱਪਰ ਖਰਚ ਦਿੰਦੇ ਆ ਤਾਂ ਉਹਨਾਂ ਨੂੰ ਫਿਰ ਪ੍ਰੋਬਲਮਸ ਆਉਂਦੀਆਂ, ਆਪਣੇ ਆਪ ਨੂੰ ਮੈਨੇਜ ਨਹੀਂ ਕਰ ਪਾਉਂਦੀ। ਉਸ ਤੋਂ ਅੱਗੇ ਮੈਂ ਕਿਹਾ ਸੀ ਫੋਰ ਇੰਸਟੈਂਸ ਕੋਈ ਐਗਜ਼ਾਮਪਲ ਦੇਣੀ ਆ, ਲਾਈਕ ਅਸੀਂ ਐਗਜ਼ਾਮਪਲ ਜਗ੍ਹਾ ਜਿਹੜਾ ਕਨੈਕਟਰ ਯੂਜ਼ ਕੀਤਾ ਦੈਟ ਇਜ਼ ਫੋਰ ਇੰਸਟੈਂਸ। ਫੋਰ ਇੰਸਟੈਂਸ ਤਾਂ ਮੈਂ ਕਨੈਕਟਰ ਲਈ ਅਸੀਂ ਕੋਈ ਵੀ ਐਗਜ਼ਾਮਪਲ ਦੇਵਾਂਗੇ, ਲਾਈਕ ਅਸੀਂ ਐਗਜ਼ਾਮਪਲ ਦੇ ਰਹੇ ਹਾਂ। ਐਗਜ਼ਾਮਪਲ ਹੈਗੀ ਆ, ਕਿਤੇ ਸਰਵੇ ਹੋਇਆ ਸੀ ਪਹਿਲੇ ਟਾਈਮ ਦੇ ਵਿੱਚ ਜਾਂ ਹੁਣ ਕਿਤੇ ਸਰਵੇ ਹੋਇਆ, ਉਸ ਸਰਵੇ ਦੇ ਅਕੋਰਡਿੰਗ ਕੀ ਆ ਬਈ ਜਿਹੜਾ ਮਨੀ ਆ ਬਰਥਡੇ ਪਾਰਟੀਜ਼ ਉੱਪਰ ਜਾਂਦਾ ਜਾਂ ਸੈਲੀਬ੍ਰੇਸ਼ਨਸ ਉੱਪਰ ਜਾਂਦਾ ਉਹ ਵੇਸਟੇਜ ਹੀ ਆ। ਤੁਸੀਂ ਇਸੇ ਨੂੰ ਹੀ ਐਗਜ਼ਾਮਪਲ ਦੀ ਫੋਰਮ ਦੇ ਵਿੱਚ ਕੋਟ ਕਰੋਗੇ। ਉਸ ਤੋਂ ਨੈਕਸਟ ਅਸੀਂ ਕਨਕਲੂਡ ਕਰਦੇ ਹਾਂ, ਉਹਦੇ ਲਈ ਮੈਂ ਕਨੈਕਟਰ ਯੂਜ਼ ਕਰਤਾ 10 ਤੇ ਬੀਅਰ ਸਟ੍ਰੈਸ ਐਂਡ ਅਫੈਕਟ ਦੇਅਰ ਮੈਂਟਲ ਸਟੇਟ। ਜੇ ਉਹ ਮਨੀ ਨੂੰ ਵੇਸਟ ਕਰ ਦਿੰਦੇ, ਉਹਨਾਂ ਦੀ ਪੋਕਿਟਸ 'ਤੇ ਪ੍ਰੈਸ਼ਰ ਪੈ ਜਾਂਦਾ ਤਾਂ ਉਹਨਾਂ ਨੂੰ ਸਟ੍ਰੈਸ ਆ ਜਾਂਦਾ ਐਂਡ ਸਟ੍ਰੈਸ ਦੇ ਨਾਲ ਉਹਨਾਂ ਦਾ ਜਿਹੜੀ ਮੈਂਟਲ ਸਟੇਟ ਉਹ ਕੀ ਹੋ ਜਾਂਦੀ ਆ, ਅਫੈਕਟ ਹੋ ਜਾਂਦੀ ਆ। ਤਾਂ ਮੈਂ ਬੋਡੀ ਪੈਰਾਗ੍ਰਾਫ 1 ਦੇ ਵਿੱਚ 4 ਕਨੈਕਟਰਸ ਲਗਾਏ ਨੇ। ਨੈਕਸਟ ਇਜ਼ ਬੋਡੀ ਪੈਰਾਗ੍ਰਾਫ 2, ਸੇਮ ਉਹਨੂੰ ਕਨੈਕਟਰ ਦੇ ਨਾਲ ਹੀ ਸਟਾਰਟ ਕਰਨਾ, ਪਹਿਲਾਂ ਐਕਸਪਲੇਨ ਕਰਨਾ, ਫਿਰ ਐਗਜ਼ਾਮਪਲ ਦੇਣੇ, ਫਿਰ ਉਹਦਾ ਇਫੈਕਟ ਦੱਸਣਾ। ਸਟਾਰਟ ਕਰ ਰਹੀ ਹਾਂ ਬੋਡੀ ਪੈਰਾਗ੍ਰਾਫ 2। ਉਹਦੇ ਲਈ ਮੈਂ ਫਸਟ ਕਨੈਕਟਰ ਲਗਾਇਆ ਸ਼ਿਫਟਿੰਗ ਟੂਵਰਡਸ ਅ ਲੇਟਰ ਨੋਸ਼ਨ। ਕਨੈਕਟਰ ਲਗਾਇਆ, ਹੁਣ ਮੈਂ ਲਾਈਨ ਨੂੰ ਐਕਸਪਲੇਨ ਕਰਨਾ। ਬਿਕੋਜ਼ ਆਫ ਬਰਥਡੇ ਪਾਰਟੀਜ਼ ਐਂਡ ਵੈਡਿੰਗ ਸੈਰਾਮਨੀਜ਼ ਪੀਪਲ ਗੈਟ ਅ ਚਾਂਸ ਟੂ ਸਪੈਂਡ ਦੇਅਰ ਕੁਆਲਿਟੀ ਟਾਈਮ ਵਿਦ ਈਚ ਅਦਰ। ਉਹ ਜਦੋਂ ਦੂਸਰੀ ਨੋਸ਼ਨ ਦੀ ਅਸੀਂ ਗੱਲ ਕਰੀਏ, ਦੂਸਰੀ ਸਟੇਟਮੈਂਟ ਦੀ ਗੱਲ ਕਰੀਏ, ਜੇ ਉਹ ਕਹਿੰਦਾ ਬਰਥਡੇ ਪਾਰਟੀਜ਼ ਅਸੀਂ ਵੈਡਿੰਗ ਸੈਰਾਮਨੀਜ਼ ਨੂੰ ਸੈਲੀਬ੍ਰੇਟ ਕਰਦੇ ਵੀ ਹਾਂ ਤਾਂ ਸਾਨੂੰ ਆਪਣਾ ਕੁਆਲਿਟੀ ਟਾਈਮ ਆਪਣੇ ਰਿਲੇਟਿਵਸ ਦੇ ਨਾਲ ਸਪੈਂਡ ਕਰਨ ਦਾ ਮੌਕਾ ਮਿਲਦਾ। ਇਹਨੂੰ ਐਕਸਪਲੇਨ ਕਰੂੰਗੀ। ਉੱਥੇ ਮੈਂ ਕਨੈਕਟਰ ਲਗਾਇਆ ਸੀ ਫਸਟ ਬੋਡੀ ਪੈਰਾਗ੍ਰਾਫ 1 ਦੇ ਵਿੱਚ ਟੂ ਐਕਸਪਲੇਨ ਇਟ। ਇੱਧਰ ਮੈਂ ਲਗਾ ਰਹੀ ਹਾਂ ਇਨ ਅਦਰ ਵਰਡਸ, ਜਾਂ ਟੂ ਐਕਸਪਲੀਕੇਟ ਇਟ ਵੀ ਲਿਖ ਸਕਦੇ ਆ। ਉਹ ਕਹਿ ਰਿਹਾ ਐਕਸਪਲੇਨ ਕਰਨ ਲੱਗੇ ਵੀ ਪੀਪਲ ਹੈਵ ਫਰੈਂਟਿਕ ਸ਼ਡਿਊਲ। ਪੀਪਲ ਦਾ ਜਿਹੜਾ ਲੋਕਾਂ ਦਾ ਫਰੈਂਟਿਕ ਮਤਲਬ ਹੈਕਟਿਕ ਸ਼ਡਿਊਲ ਹੁੰਦਾ, ਵਾਈ ਵਿਚ ਦੇ ਕਾਂਟ ਸਪੈਂਡ ਦ ਟਾਈਮ ਵਿਦ ਦ ਰਿਲੇਟਿਵਸ ਐਂਡ ਦੀ ਫਰੈਂਡਸ। ਆਪਣੇ ਹੈਕਟਿਕ ਸ਼ਡਿਊਲ ਦੇ ਕਰਕੇ ਉਹ ਆਪਣਾ ਕੁਆਲਿਟੀ ਟਾਈਮ ਸਪੈਂਡ ਹੀ ਨਹੀਂ ਕਰ ਪਾਉਂਦੇ। ਫਿਰ ਉਹਦੀ ਐਗਜ਼ਾਮਪਲ ਕੋਟ ਕਰਾਂਗੇ। ਉੱਧਰ ਮੈਂ ਕਨੈਕਟਰ ਯੂਜ਼ ਕੀਤਾ ਸੀ ਫੋਰ ਇੰਸਟੈਂਸ, ਇੱਧਰ ਮੈਂ ਯੂਜ਼ ਕਰ ਰਹੀ ਹਾਂ ਫੋਰ ਐਗਜ਼ਾਮਪਲ। ਫੋਰ ਐਗਜ਼ਾਮਪਲ ਕੋਈ ਵੀ ਐਗਜ਼ਾਮਪਲ ਦਿਓ, ਕਿਸੇ ਨਿਊਜ਼ਪੇਪਰ ਦੀ ਕੋਈ ਹੈਡਲਾਈਨ ਦੇ ਦਿਓ ਵੀ ਕਿਸੇ ਨਿਊਜ਼ਪੇਪਰ 'ਚ ਕੋਈ ਨਿਊਜ਼ ਲੱਗੀ ਸੀ ਵੀ ਜਿਨ੍ਹਾਂ ਲੋਕਾਂ ਨੇ ਆਪਣਾ ਟਾਈਮ ਆਪਣੇ ਰਿਲੇਟਿਵਸ ਨਾਲ ਸਪੈਂਡ ਕੀਤਾ ਉਹਨਾਂ ਨੂੰ ਹੈਪੀਨੈਸ ਮਿਲੀ, ਮਤਲਬ ਇੱਦਾਂ ਦੀ ਕੋਈ ਐਗਜ਼ਾਮਪਲ ਅਸੀਂ ਕੋਟ ਕਰਾਂਗੇ। ਐਂਡ ਲਾਸਟ ਵਿੱਚ ਕਨਕਲੂਡ ਕਰਨਾ ਇਫੈਕਟ, ਮੈਂ ਕਨੈਕਟਰ ਲਗਾ ਰਹੀ ਹਾਂ ਐਜ਼ ਅ ਰਿਜ਼ਲਟ ਵੀ ਸੈਰਾਮਨੀਜ਼ ਆ ਚਾਹੇ ਪਾਰਟੀਜ਼ ਆ, ਦੀਜ਼ ਆਰ ਦਾ ਇੰਡਿਸਪੈਂਸਿਬਲ ਜਾਂ ਵਾਈਟਲ ਪਾਰਟ ਆਫ ਆਵਰ ਲਾਈਫ। ਠੀਕ ਆ, ਉਹ ਸਾਡੀ ਲਾਈਫ ਦਾ ਵਾਈਟਲ ਪਾਰਟ ਨੇ। ਮੀਨਸ ਹਰੇਕ ਪੈਰਾਗ੍ਰਾਫ ਦੇ ਵਿੱਚ ਅਸੀਂ ਜਦੋਂ ਚਾਹੇ ਉਹਨੂੰ ਅਸੀਂ ਐਕਸਪਲੇਨ ਕਰਨਾ, ਚਾਹੇ ਅਸੀਂ ਉਹਨੂੰ ਉਹਦਾ ਇਫੈਕਟ ਦੱਸਣਾ, ਚਾਹੇ ਅਸੀਂ ਉਹਦੀ ਐਗਜ਼ਾਮਪਲ ਲੈਣੀ ਆ, ਅਸੀਂ ਹਰੇਕ ਨੂੰ ਕਨੈਕਟਰ ਦੇ ਨਾਲ ਸਟਾਰਟ ਕਰਨਾ। ਜੋ ਕਰੈਕਟਰ ਅਸੀਂ ਬੋਡੀ ਪੈਰਾਗ੍ਰਾਫ 1 ਦੇ ਵਿੱਚ ਲਗਾ ਰਹੇ ਹੋ, ਅਸੀਂ ਬੋਡੀ ਪੈਰਾਗ੍ਰਾਫ 2 ਯੂਜ਼ ਨਹੀਂ ਕਰਨੇ। ਜੇ ਅਸੀਂ ਸੇਮ ਕਨੈਕਟਰ ਬਾਰ-ਬਾਰ ਯੂਜ਼ ਕਰਾਂਗੇ, ਰੈਪੀਟੇਸ਼ਨ ਹੋ ਗਈ। ਰੈਪੀਟੇਸ਼ਨ ਮਤਲਬ ਤੁਹਾਡੇ ਜਿਹੜੇ ਸਕੋਰਸ ਉਹ ਡਿਡਕਟ ਹੋਣ ਦੇ ਚਾਂਸਿਸ ਵੱਧ ਜਾਂਦੇ ਨੇ। ਸੋ ਬੋਡੀ ਪੈਰਾਗ੍ਰਾਫ 2 ਦੇ ਵਿੱਚ ਕਨੈਕਟਰ ਲਗਾਇਆ ਸ਼ਿਫਟਿੰਗ ਟੂਵਰਡਸ ਅ ਲੇਟਰ ਨੋਸ਼ਨ, ਇਨ ਅਦਰ ਵਰਡਸ, ਫੋਰ ਐਗਜ਼ਾਮਪਲ ਔਰ ਐਜ਼ ਅ ਰਿਜ਼ਲਟ। ਐਂਡ ਲਾਸਟ ਇਜ਼ ਕਨਕਲੂਜਨ। ਕਨਕਲੂਜਨ ਦੇ ਵਿੱਚ ਬੋਡੀ ਪੈਰਾਗ੍ਰਾਫ 1 ਤੇ 2 ਨੂੰ ਕੰਬਾਈਨ ਕਰਨਾ। ਮੈਂ ਕਨੈਕਟਰ ਲਗਾ ਰਹੀ ਹਾਂ ਆਲਦੋ ਤੇ ਯੈਟ। ਮੈਂ ਕਹਿ ਰਹੀ ਹਾਂ ਆਲਦੋ ਸੈਲੀਬ੍ਰੇਸ਼ਨ ਆਫ ਓਕੇਜਨ ਦੇ ਕੋਸਟ ਟੂ ਇੰਡੀਵਿਜੂਅਲ, ਜੋ ਸੈਲੀਬ੍ਰੇਸ਼ਨ ਕਰਦੇ ਨੇ ਉਹਨਾਂ ਦੀ ਕੋਸਟ ਤਾਂ ਪੇ ਕਰਨੀ ਪਊਗੀ। ਐਂਡ ਦੇ ਬੀ ਅ ਮੈਂਟਲ ਸਟ੍ਰੈਸ ਟੂ ਯੈਟ, ਬਟ I believe it is more important in this era because it leads to happiness and the relaxation. ਮੇਰੇ ਅਕੋਰਡਿੰਗ ਇਨ ਦਿਸ era ਦੇ ਵਿੱਚ ਇਹ ਸਾਨੂੰ ਹੈਪੀਨੈਸ ਦਿੰਦਾ ਅਤੇ ਸਾਡੇ ਮਾਈਂਡ ਨੂੰ ਕੀ ਕਰਦਾ, ਰਿਲੈਕਸ ਕਰਦਾ। ਸੋ ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਜਾਂ ਤੁਸੀਂ ਕਿੱਦਾਂ ਦੀਆਂ ਵੀਡੀਓਜ਼ ਹੋਰ ਚਾਹੁੰਦੇ ਹੋ ਆਈਲੈਟਸ ਨਾਲ ਰਿਲੇਟਡ, ਸੋ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜ਼ਰੂਰ ਦੱਸਣਾ। ਥੈਂਕ ਯੂ।